ਜਦੋਂ ਹੁਣ ਆਪਾਂ ਆਪਣੀ ਆਕਸੀਜਨ ਸੈਚੂਰੇਸ਼ਨ ਕਰੀਏ, ਇਹ ਜਿਹੜਾ ਪਲਸ ਆਕਸੀਮੀਟਰ ਹੈ ਉਂਗਲੀ ਵਿੱਚ ਪਾ ਕੇ ਆਪਾਂ ਉਹਦੇ ਨਾਲ ਪਤਾ ਲੱਗ ਜਾਂਦੀ ਵੀ ਕਿੰਨੀ ਸੈਚੂਰੇਸ਼ਨ ਹੈ। ਕੋਈ ਇਹਦੇ 'ਚ ਸੂਈ ਵਗੈਰਾ ਨਹੀਂ ਲੱਗਦੀ ਹੈ। ਤਾਂ ਉਹ ਨੋਰਮਲ ਬੰਦੇ ਦੀ 96 ਤੋਂ 99% 100% ਸੈਚੂਰੇਸ਼ਨ ਹੁੰਦੀ ਹੈ। ਜੇ ਕਿਸੇ ਦੀ ਸੈਚੂਰੇਸ਼ਨ 88% ਹੈ, 90% ਹੈ, ਤਾਂ ਉਹਨੂੰ ਹਸਪੀਟਲ ਜਾਣ ਦੀ ਲੋੜ ਹੈ। ਜੇ ਕਿਸੇ ਦੀ ਸੈਚੂਰੇਸ਼ਨ 92% ਤੋਂ ਜ਼ਿਆਦਾ ਹੈ ਤਾਂ ਆਪਣਾ ਘਰ ਵਿੱਚ ਹੀ ਟ੍ਰੀਟਮੈਂਟ ਕਰਾਏ। ਇਹਦੇ 'ਚ ਇੱਕ ਟਰਮ ਅਸੀਂ ਮੈਡੀਕਲ ਵਰਲਡ 'ਚ ਯੂਜ਼ ਕਰਦੇ ਹਾਂ, ਹੈਪੀ ਹਾਈਪੋਕਸੀਆ। ਹਾਈਪੋਕਸੀਆ ਹੁੰਦਾ ਪਰ ਪੇਸ਼ੈਂਟ ਫੀਲ ਨਹੀਂ ਕਰਦਾ। ਉਹ ਮਤਲਬ ਤੁਹਾਡੇ ਕੋਲ ਐਮਰਜੈਂਸੀ 'ਚ ਵੀ ਆਉਂਦਾ, ਉਹਨੂੰ ਇੰਨੀ ਬ੍ਰੈਥਲੈਸਨੈਸ ਨਹੀਂ ਹੁੰਦੀ। ਸੋ ਇਸ ਕਰਕੇ ਪਲਸ ਆਕਸੀਮੀਟਰ ਦਾ ਇਹ ਫਾਇਦਾ ਕਿ ਆਪਾਂ ਨੂੰ ਜਿਹੜੇ ਪੇਸ਼ੈਂਟ ਨੂੰ ਕੋਵਿਡ ਹੈ ਔਰ ਜੇ ਉਹ ਪੇਸ਼ੈਂਟ ਘਰ ਦੇ ਵਿੱਚ ਡੋਮਿਸਿਲਰੀ ਟ੍ਰੀਟਮੈਂਟ 'ਤੇ ਹੈ ਤਾਂ ਉਹਨੂੰ ਫਿਰ ਪਲਸ ਆਕਸੀਮੀਟਰ ਹੈਲਪ ਕਰਦਾ ਕਿ ਇਹ ਦੇਖਣ ਲਈ ਕਿ ਇਹਦੀ ਲੰਗਸ ਦੀ ਕੰਪਲਿਕੇਸ਼ਨ ਸ਼ੁਰੂ ਹੋਈ ਹੈ ਕਿ ਨਹੀਂ ਹੋਈ। ਹੋਮ ਆਈਸੋਲੇਸ਼ਨ ਦੀ ਜਿਹੜੀ ਆਪਸ਼ਨ ਹੈ ਸਰਕਾਰ ਨੇ ਵੀ ਦੇਤੀ, ਤਾਂ ਲੋਕਾਂ ਦੇ ਦਿਮਾਗ 'ਚ ਇੰਨੀ ਗੱਲ ਆ ਗਈ ਜੇ ਹੋਮ ਆਈਸੋਲੇਟ ਹੋਣਾ ਸਾਨੂੰ ਟੈਸਟਿੰਗ ਕਰਾਉਣ ਦੀ ਕੀ ਲੋੜ ਹੈ। ਸੋ ਟੈਸਟ ਕਰਾਉਣਾ ਬਹੁਤ ਜ਼ਰੂਰੀ ਹੈ। ਜੇ ਕਿਸੇ ਨੂੰ ਫੀਵਰ ਹੈ ਤਾਂ ਉਹਦੇ ਲਈ ਬਹੁਤ ਜ਼ਰੂਰੀ ਹੈ। ਉਹਨੂੰ ਫਿਰ ਪਤਾ ਲੱਗੇਗਾ ਕਿ ਮੇਰਾ ਜਿਹੜਾ ਫੀਵਰ ਹੈ ਉਹ ਇਹਦੇ ਕਰਕੇ ਹੈ, ਡੈਂਗੀ ਕਰਕੇ ਹੈ, ਕੋਈ ਹੋਰ ਵਾਇਰਲ ਇਨਫੈਕਸ਼ਨ ਹੈ, ਕੀ ਹੈਗਾ ਹੈ। ਰੈਪਿਡ ਐਂਟੀਜਨ ਟੈਸਟਿੰਗ ਵੀ ਹੋ ਰਹੀ ਹੈ ਹੁਣ, ਜਿੱਥੇ ਆਮ ਨੋਰਮਲ ਟੈਸਟਿੰਗ ਹੁੰਦੀ ਹੈ ਨਾਲ ਇਹ ਵੀ ਟੈਸਟਿੰਗ ਹੋ ਰਹੀ ਹੈ ਰੈਪਿਡ ਐਂਟੀਜਨ ਟੈਸਟਿੰਗ। ਉਹ ਕਿੰਨੀ ਕੁ ਐਕੂਰੇਟ ਹੈ? ਕੀ ਵਿਅਕਤੀ ਉਹ ਟੈਸਟ ਕਰਾ ਲੇ, ਜੇ ਉਹਦੇ 'ਚ ਨੈਗੇਟਿਵ ਪੋਜ਼ਿਟਿਵ ਆ ਜਾਂਦਾ, ਕੀ ਉਹ ਐਕੂਰੇਸੀ ਹੈ ਵੀ ਉਹਨੂੰ ਸਹੀ ਸਮਝ ਸਕਦਾ? ਜਿਹੜਾ ਰੈਪਿਡ ਟੈਸਟ ਹੈ ਉਹਦੀ ਜਿਹੜੀ ਸੈਂਸਿਟਿਵਿਟੀ ਹੈ ਉਹ 50% ਹੈ। ਸੋ ਉਹ ਥੋੜ੍ਹਾ ਘੱਟ ਸੈਂਸਿਟਿਵ ਹੈ RT-PCR ਤੋਂ, ਪਰ ਉਹ ਵੀ ਡਿਜ਼ੀਜ਼ ਪਿਕਅਪ ਕਰਦਾ ਔਰ ਆਪਾਂ ਨੂੰ ਦੱਸਦਾ। ਸੋ ਉਹ ਵੀ ਯੂਜ਼ਫੁਲ ਟੈਸਟ। ਕਿਸੇ ਨੇ ਲਾਇਆ, ਉਹਦੇ ਫੈਮਿਲੀ ਪਰਸਨ ਨੇ ਅੱਗੋਂ ਲਾ ਲਿਆ, ਅਤੇ ਇਹਦੇ ਨਾਲ ਕੋਈ ਤਰੀਕੇ ਦੀ ਜਿਹੜੀ ਹੈ ਕੋਵਿਡ ਦੀ ਸਪਰੈਡਿੰਗ ਵੀ ਹੋ ਸਕਦੀ ਹੈ। ਸੋ ਜਿਹੜਾ ਪਲਸ ਆਕਸੀਮੀਟਰ ਹੈ, ਜੇ ਇੱਕ ਬੰਦਾ ਯੂਜ਼ ਕਰੇਗਾ ਕੋਈ ਸਪਰੈਡ ਨਹੀਂ ਹੈ। ਜੇ ਉਸੇ ਪਲਸ ਆਕਸੀਮੀਟਰ ਨੂੰ ਮਲਟੀਪਲ ਲੋਕ ਯੂਜ਼ ਕਰਨਗੇ ਫਿਰ ਤਾਂ ਸਪਰੈਡ ਹੋਏਗਾ। ਡੋਮਿਸਿਲਰੀ ਕੇਅਰ ਫੈਸਿਲਿਟੀਜ਼ ਈਵਨ ਗਵਰਨਮੈਂਟ ਨੇ ਅੱਜ ਕੱਲ੍ਹ ਪ੍ਰੋਵਾਈਡ ਕੀਤੀਆਂ ਹੋਈਆਂ। ਆਈਸੋਲੇਸ਼ਨ ਬਹੁਤ ਜ਼ਰੂਰੀ ਹੈ। ਜਿਹੜੇ ਐਲਡਰਲੀ ਲੋਕ ਹੈ ਉਹ ਘਰ ਦੇ ਵਿੱਚ ਆ, ਉਹਨਾਂ ਤੋਂ ਬਿਲਕੁਲ ਦੂਰ ਰਹਿਣਾ। ਆਪਣਾ ਵਾਸ਼ਰੂਮ ਵਗੈਰਾ ਸ਼ੇਅਰ ਨਹੀਂ ਕਰਨਾ ਔਰ ਆਪਣੇ ਕੱਪੜੇ ਪ੍ਰੈਫਰੇਬਲੀ ਖੁਦ ਹੀ ਧੋਣੇ ਹੈਗੇ ਆ ਔਰ ਬਾਕੀ ਆਪਣੀ ਫੈਮਿਲੀ ਤੋਂ ਥੋੜ੍ਹੀ ਜਿਹੀ ਆਈਸੋਲੇਸ਼ਨ ਕਰਨੀ ਹੈ ਇਨ ਅ ਸੈਪਰੇਟ ਰੂਮ। ਇਸ ਟਾਈਮ ਸੁਰਖੀਆਂ ਦਾ ਮੁੱਦਾ ਹੈ ਆਕਸੀਮੀਟਰ। ਅਰਵਿੰਦ ਕੇਜਰੀਵਾਲ ਦਾ ਇੱਕ ਬਿਆਨ ਆਇਆ ਜਿਨ੍ਹਾਂ 'ਚ ਉਹਨਾਂ ਨੇ ਕਿਹਾ ਜਿਹੜੇ ਪਿੰਡਾਂ ਦੇ ਘਰ ਘਰ ਜਾ ਕੇ ਆਕਸੀਮੀਟਰ ਵੰਡਾਂਗੇ। ਇਸ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਵੀ ਆਕਸੀਮੀਟਰ ਘਰ ਘਰ ਵੰਡਣ ਨਾਲ ਜਿਹੜਾ ਹੈ ਸਪਰੈਡਿੰਗ, ਕੋਵਿਡ ਦੀ ਜਿਹੜੀ ਹੈ ਸਪਰੈਡਿੰਗ ਹੋ ਸਕਦੀ ਹੈ। ਸੋ ਇਸ 'ਤੇ ਸਾਡੇ ਨਾਲ ਗੱਲਬਾਤ ਕਰਨ ਲਈ ਗੁਰਪ੍ਰੀਤ ਸਿੰਘ ਵੰਡਰ ਮੌਜੂਦ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਤੁਹਾਨੂੰ ਦੱਸ ਦਈਏ ਗੁਰਪ੍ਰੀਤ ਸਿੰਘ ਵੰਡਰ ਜਿਹੜੇ ਨੇ ਚੀਫ ਕਾਰਡੀਓਲੋਜਿਸਟ ਆਫ DMC ਨੇ। ਆਓ ਉਹਨਾਂ ਨਾਲ ਗੱਲਬਾਤ ਕਰੀਏ। ਗੁਰਪ੍ਰੀਤ ਸਿੰਘ ਜੀ, ਪਹਿਲੀ ਤਾਂ ਗੱਲ ਇਹ ਆਉਂਦੀ ਹੈ ਵੀ ਆਕਸੀਮੀਟਰ ਦਾ ਇਸਤੇਮਾਲ ਕਿੱਥੇ ਹੁੰਦਾ? ਦੇਖੋ, ਇਹ ਜਿਹੜੀ ਕੋਵਿਡ-19 ਦੀ ਜਿਹੜੀ ਪੈਂਡੈਮਿਕ ਵਰਲਡ ਦੇ ਵਿੱਚ ਫੈਲੀ ਹੋਈ ਹੈ, ਇਹ ਕੋਰੋਨਾ ਵਾਇਰਸ ਕਰਕੇ ਹੁੰਦੀ ਹੈ ਔਰ ਇਹਦਾ ਜਿਹੜਾ ਮੇਨ ਏਰੀਆ ਜਿੱਥੇ ਇਫੈਕਟ ਕਰਦੀ ਹੈ ਇਹ ਰੈਸਪੀਰੇਟਰੀ ਪੈਸੇਜ 'ਚ ਹੀ ਅਸਰ ਕਰਦੀ ਹੈ। ਪਹਿਲਾਂ ਥਰੋਟ 'ਚੋਂ ਸਟਾਰਟ ਹੁੰਦਾ, ਇਸੇ ਕਰਕੇ ਜਿਹੜਾ ਸੈਂਪਲ ਵੀ ਲੈਂਦੇ ਨੇ ਉਹ ਨੇਜ਼ੋਫਰੈਂਜੀਅਲ ਸਵੈਬ ਹੀ ਇਹਦਾ ਲਿੱਤਾ ਜਾਂਦਾ ਔਰ ਇਹਦੀ ਜਿਹੜੀ ਮੇਜਰ ਕੰਪਲਿਕੇਸ਼ਨ ਹੈ ਇਹ ਲੰਗਸ ਦੇ ਉੱਤੇ ਹੈ, ਫੇਫੜਿਆਂ ਦੇ ਉੱਤੇ ਹੈ। ਅਤੇ ਜਿਹੜਾ ਪਲਸ ਆਕਸੀਮੀਟਰ ਹੈ ਇਹ ਆਪਾਂ ਨੂੰ ਦੱਸਦਾ ਕਿ ਆਕਸੀਜਨ ਦੀ ਸੈਚੂਰੇਸ਼ਨ ਆਪਣੀ ਕਿੰਨੀ ਹੈ ਬਲੱਡ ਦੇ ਵਿੱਚ। ਜਦੋਂ ਲੰਗਸ 'ਤੇ ਕੋਵਿਡ-19 ਇਫੈਕਟ ਕਰਦਾ ਹੈ ਤਾਂ ਆਕਸੀਜਨ ਸੈਚੂਰੇਸ਼ਨ ਘਟਦੀ ਹੈ। ਜਦੋਂ ਹੁਣ ਆਪਾਂ ਆਪਣੀ ਆਕਸੀਜਨ ਸੈਚੂਰੇਸ਼ਨ ਕਰੀਏ, ਇਹ ਜਿਹੜਾ ਪਲਸ ਆਕਸੀਮੀਟਰ ਹੈ ਉਂਗਲੀ ਵਿੱਚ ਪਾ ਕੇ ਆਪਾਂ ਉਹਦੇ ਨਾਲ ਪਤਾ ਲੱਗ ਜਾਂਦੀ ਵੀ ਕਿੰਨੀ ਸੈਚੂਰੇਸ਼ਨ ਹੈ। ਕੋਈ ਇਹਦੇ 'ਚ ਸੂਈ ਵਗੈਰਾ ਨਹੀਂ ਲੱਗਦੀ ਹੈ। ਤਾਂ ਉਹ ਨੋਰਮਲ ਬੰਦੇ ਦੀ 96 ਤੋਂ 99% 100% ਸੈਚੂਰੇਸ਼ਨ ਹੁੰਦੀ ਹੈ। ਜਿਹੜਾ ਕੋਵਿਡ-19 ਦਾ ਪੇਸ਼ੈਂਟ ਹੈ ਜਿਹਦੇ ਲੰਗਸ 'ਚ ਅਸਰ ਹੈ, ਜਿਹੜੀ ਇੱਕ ਮੇਜਰ ਕੰਪਲਿਕੇਸ਼ਨ ਹੈ, ਉਹਦੀ ਸੈਚੂਰੇਸ਼ਨ ਘਟਣ ਲੱਗ ਜਾਂਦੀ ਹੈ, 92 ਤੋਂ ਘਟ ਜਾਂਦੀ ਹੈ। ਜਦੋਂ ਫਿਰ ਅਸੀਂ ਉਹਨੂੰ ਕਹਿੰਦੇ ਹਾਂ ਵੀ ਇਹ ਵਾਰਨਿੰਗ ਸਿਗਨਲ ਹੈ, ਹੁਣ ਇਹ ਪੇਸ਼ੈਂਟ ਘਰ 'ਚ ਨਹੀਂ ਰਹਿਣਾ ਚਾਹੀਦਾ, ਇਹਨੂੰ ਹਸਪੀਟਲ 'ਚ ਐਡਮਿਟ ਹੋਣਾ ਚਾਹੀਦਾ ਕਿਉਂਕਿ ਕੁਝ ਡਰੱਗਸ ਦਿੱਤੀਆਂ ਜਾਂਦੀਆਂ ਔਰ ਉਹਦੀ ਫਰਦਰ ਆਕਸੀਜਨੇਸ਼ਨ ਵਾਸਤੇ ਇੰਪਰੂਵ ਕੀਤਾ ਜਾਂਦਾ। ਆਮ ਪੇਸ਼ੈਂਟ ਦੀ ਜਦੋਂ ਆਕਸੀਜਨ ਕਿਸੇ ਬਿਮਾਰੀ ਕਰਕੇ ਘਟਦੀ ਹੈ ਉਹਨੂੰ ਪਤਾ ਲੱਗ ਜਾਂਦਾ। ਇਹਦੇ 'ਚ ਇੱਕ ਟਰਮ ਅਸੀਂ ਮੈਡੀਕਲ ਵਰਲਡ 'ਚ ਯੂਜ਼ ਕਰਦੇ ਹਾਂ, ਹੈਪੀ ਹਾਈਪੋਕਸੀਆ। ਹਾਈਪੋਕਸੀਆ ਹੁੰਦਾ ਪਰ ਪੇਸ਼ੈਂਟ ਫੀਲ ਨਹੀਂ ਕਰਦਾ। ਉਹ ਮਤਲਬ ਤੁਹਾਡੇ ਕੋਲ ਐਮਰਜੈਂਸੀ 'ਚ ਵੀ ਆਉਂਦਾ, ਉਹਨੂੰ ਇੰਨੀ ਬ੍ਰੈਥਲੈਸਨੈਸ ਨਹੀਂ ਹੁੰਦੀ। ਸੋ ਇਸ ਕਰਕੇ ਪਲਸ ਆਕਸੀਮੀਟਰ ਦਾ ਇਹ ਫਾਇਦਾ ਕਿ ਆਪਾਂ ਨੂੰ ਜਿਹੜੇ ਪੇਸ਼ੈਂਟ ਨੂੰ ਕੋਵਿਡ ਹੈ ਔਰ ਜੇ ਉਹ ਪੇਸ਼ੈਂਟ ਘਰ ਦੇ ਵਿੱਚ ਡੋਮਿਸਿਲਰੀ ਟ੍ਰੀਟਮੈਂਟ 'ਤੇ ਹੈ ਤਾਂ ਉਹਨੂੰ ਫਿਰ ਪਲਸ ਆਕਸੀਮੀਟਰ ਹੈਲਪ ਕਰਦਾ ਕਿ ਇਹ ਦੇਖਣ ਲਈ ਕਿ ਇਹਦੀ ਲੰਗਸ ਦੀ ਕੰਪਲਿਕੇਸ਼ਨ ਸ਼ੁਰੂ ਹੋਈ ਹੈ ਕਿ ਨਹੀਂ ਹੋਈ ਹੈ।
ਪਲਸ ਆਕਸੀਮੀਟਰ ਨਾਲ ਇੱਕ ਇਹ ਵੀ ਗੱਲ ਆ ਰਹੀ ਹੈ ਵੀ ਕੀ ਇਹਦੇ ਨਾਲ ਸਪਰੈਡਿੰਗ ਵੀ ਹੋ ਸਕਦੀ ਹੈ ਕਿਸੇ ਤਰੀਕੇ ਦੀ, ਜਿਵੇਂ ਕਿਸੇ ਨੇ ਲਾਇਆ ਉਹਦੇ ਫੈਮਿਲੀ ਪਰਸਨ ਨੇ ਅੱਗੋਂ ਲਾ ਲਿਆ ਤੇ ਇਹਦੇ ਨਾਲ ਕੋਈ ਤਰੀਕੇ ਦੀ ਜਿਹੜੀ ਹੈ ਕੋਵਿਡ ਦੀ ਸਪਰੈਡਿੰਗ ਵੀ ਹੋ ਸਕਦੀ ਹੈ? ਦੇਖੋ, ਇਹ ਜਿਹੜਾ ਕੋਵਿਡ ਹੈ ਇਹ ਦੋ ਤਰੀਕੇ ਨਾਲ ਸਪਰੈਡ ਕਰਦਾ ਹੈ। ਇੱਕ ਤਾਂ ਇਹਦੀ ਡ੍ਰੌਪਲੈਟ ਹੈ ਤੇ ਇੱਕ ਇਹਦੀ ਹੈ ਵੀ ਜਦੋਂ ਸਰਫੇਸਿਸ ਤੇ ਇਹ ਕੋਈ ਸਰਫੇਸਿਸ ਤੇ ਸਰਵਾਈਵ ਕਰ ਸਕਦਾ ਕੁਝ ਦਿਨਾਂ ਵਾਸਤੇ। ਸੋ ਜੇ ਆਪਾਂ ਸੇਮ ਪਲਸ ਆਕਸੀਮੀਟਰ ਮਲਟੀਪਲ ਲੋਕਾਂ ਨੂੰ ਯੂਜ਼ ਕਰਾਵਾਂਗੇ ਤਾਂ ਫਿਰ ਉਹਦੀ ਕੰਪਲੀਕੇਸ਼ਨ ਹੋਏਗੀ, ਕਿਉਂਕਿ ਉਹ ਇੱਕ ਤੋਂ ਜਿੱਦਾਂ ਹੁਣ ਹਸਪੀਟਲ ਦੇ ਵਿੱਚ ਪਹਿਲਾਂ ਫਿੰਗਰਸ ਲਗਾਉਂਦੇ ਸੀਗੇ ਲੋਕੀ ਆਪਣੀ ਅਟੈਂਡੈਂਸ ਵਾਸਤੇ, ਉਹ ਇੱਕ ਬੜਾ ਮੇਜਰ ਮੋਡ ਆਫ ਸਪਰੈਡ ਕਿਸੇ ਵੀ ਆਫਿਸ ਦੇ ਵਿੱਚ ਲੋਕੀ। ਸੋ ਅਸੀਂ ਆਪਣੇ ਹਸਪੀਟਲ 'ਚ ਹੁਣ ਉਹ ਫਿੰਗਰ ਅਟੈਂਡੈਂਸ ਵਗੈਰਾ ਬੰਦ ਕੀਤੀ ਹੈ, ਕਿਉਂਕਿ ਜਦੋਂ ਇੱਕ ਜਗ੍ਹਾ 'ਤੇ ਮਲਟੀਪਲ ਲੋਕੀ ਦੇ ਹੱਥ ਪੈਣਗੇ ਤਾਂ ਉਹ ਫਿਰ 1 ਪਰਸਨ ਟੂ ਅਨਦਰ ਉਹਦੀ ਸਪਰੈਡ ਦਾ ਡਰ ਰਹਿੰਦਾ। ਸੋ ਜਿਹੜਾ ਪਲਸ ਆਕਸੀਮੀਟਰ ਹੈ, ਜੇ ਇੱਕ ਬੰਦਾ ਯੂਜ਼ ਕਰੇਗਾ ਕੋਈ ਸਪਰੈਡ ਨਹੀਂ ਹੈ। ਜੇ ਉਸੇ ਪਲਸ ਆਕਸੀਮੀਟਰ ਨੂੰ ਮਲਟੀਪਲ ਯੂਜ਼ ਕਰਨਗੇ ਫਿਰ ਤਾਂ ਸਪਰੈਡ ਹੋਏਗਾ। ਉੱਥੇ ਟੱਚ ਹੋਈ ਹੈ ਫਿਰ ਦੂਜਾ ਬੰਦਾ ਟੱਚ ਕਰੇਗਾ। ਸੋ ਇੱਕ ਪਲਸ ਆਕਸੀਮੀਟਰ ਅੱਜ ਕੱਲ੍ਹ ਐਕਸਪੈਂਸਿਵ ਨਹੀਂ ਹੈ, ਬੜੀ ਫਰੀਲੀ 1500 ਰੁਪਏ ਦਾ ਆ ਜਾਂਦਾ। ਸੋ ਜਿਹੜਾ ਨਾਰਮਲ ਬੰਦੇ ਨੂੰ ਕਰਨ ਦੀ ਲੋੜ ਨਹੀਂ ਹੈ, ਜਿਹੜਾ ਪੇਸ਼ੈਂਟ ਹੈ ਸਿਰਫ ਉਹਨੇ ਹੀ ਕਰਨੀ ਹੈ, ਕਿਉਂਕਿ ਨਾਰਮਲ ਬੰਦੇ ਨੂੰ ਪਲਸ ਆਕਸੀਮੀਟਰ ਕਰਨ ਦੀ ਕੋਈ ਰੈਲੀਵੈਂਸ ਨਹੀਂ ਹੈਗੀ। ਸਿਰਫ ਜਿਹਨੂੰ ਫੀਵਰ ਹੈ, ਜਿਹਨੂੰ ਖਾਂਸੀ ਹੈ, ਜਿਹਨੂੰ ਫੇਫੜਿਆਂ ਦੇ ਸਿੰਪਟਮਸ ਨੇ, ਉਹਨੇ ਇਹਨੂੰ ਪਲਸ ਆਕਸੀਮੀਟਰ ਨਾ ਕਰਨਾ। ਡਾਕਟਰ ਗੁਰਪ੍ਰੀਤ ਜੀ, ਗੱਲ ਇਹ ਆਉਂਦੀ ਹੈ ਵੀ ਪਲਸ ਆਕਸੀਮੀਟਰ ਕਿੰਨਾ ਲੋਕਾਂ ਨੂੰ ਜਿਹੜਾ ਹੈ ਖਰੀਦਣਾ ਚਾਹੀਦਾ? ਜੇ ਬਾਈ ਚਾਂਸ ਕਿਸੇ ਨੂੰ ਵਾਇਰਲ ਹੋ ਜਾਂਦਾ ਤਾਂ ਉਹ ਵੀ ਖਰੀਦੇ, ਵੀ ਕੀ ਇਹ ਹਰ ਘਰ 'ਚ ਹੋਣਾ ਚਾਹੀਦਾ ਜਾਂ ਕਿਸੇ ਨੂੰ ਖਰੀਦਣਾ ਚਾਹੀਦਾ? ਨਹੀਂ, ਹਰ ਘਰ 'ਚ ਹੋਣ ਦੀ ਲੋੜ ਨਹੀਂ ਹੈ ਬਿਲਕੁਲ। ਇਹ ਸਿਰਫ ਉਸੇ ਨੂੰ ਲੈਣਾ ਚਾਹੀਦਾ ਜਿਹਨੂੰ ਕੋਵਿਡ-19 ਹੋਇਆ ਹੈਗਾ, ਔਰ ਜਿਹੜਾ ਕਿ ਡੋਮਿਸਿਲਰੀ ਕੋਵਿਡ-19 ਇੱਕ ਸੈਲਫ ਲਿਮਿਟਿੰਗ ਡਿਜ਼ੀਜ਼ ਹੈ, ਕੋਈ ਬਹੁਤ ਲੰਬੀ ਡਿਜ਼ੀਜ਼ ਨਹੀਂ ਹੈ। ਇਹਦਾ ਇਫੈਕਟ ਕੋਈ 10-12 ਦਿਨਾਂ 'ਚ ਖਤਮ ਹੋ ਜਾਂਦਾ ਹੈਗਾ ਬਾਡੀ 'ਚੋਂ। ਸੋ ਉਨੀ ਕੁ ਦੇਰ ਵਾਸਤੇ ਪਲਸ ਆਕਸੀਮੀਟਰ ਕਰਨ ਦੀ ਲੋੜ ਹੈ। ਜੇ ਤੁਸੀਂ ਵਾਕ ਕਰਦੇ ਹੋ 3-4 ਮਿੰਟ ਵਾਸਤੇ ਔਰ ਤੁਹਾਡੀ ਉਸ ਤੋਂ ਬਾਅਦ ਕਿਸੇ ਨੂੰ ਕੋਵਿਡ ਹੈ ਔਰ ਉਸ ਤੋਂ ਬਾਅਦ ਵੀ ਜਿਹੜੀ ਸੈਚੂਰੇਸ਼ਨ ਹੈ ਜਿਹੜੀ ਉਹ 96 ਹੈ, ਤਾਂ ਬਹੁਤ ਅੱਛੀ ਗੱਲ ਹੈ ਔਰ ਉਹਨੂੰ ਕਿਸੇ ਵੀ ਹਸਪੀਟਲ 'ਚ ਜਾਣ ਦੀ ਲੋੜ ਨਹੀਂ ਹੈ। ਉਹ ਆਪਣੇ ਡੋਮਿਸਿਲਰੀ, ਅੱਜ ਕੱਲ੍ਹ ਮੋਸਟ ਹਸਪੀਟਲਸ ਨੇ ਡੋਮਿਸਿਲਰੀ ਕੇਅਰ ਫੈਸਿਲਿਟੀਜ਼ ਈਵਨ ਗਵਰਨਮੈਂਟ ਨੇ ਅੱਜ ਕੱਲ੍ਹ ਪ੍ਰੋਵਾਈਡ ਕੀਤੀਆਂ ਹੋਈਆਂ। ਸੋ ਉਹਦੇ ਨਾਲ ਹੀ ਤੁਸੀਂ ਆਪਣਾ ਘਰ 'ਚ ਹੀ ਇਲਾਜ। ਆਈਸੋਲੇਸ਼ਨ ਬਹੁਤ ਜ਼ਰੂਰੀ ਹੈ। ਜਿਹੜੇ ਐਲਡਰਲੀ ਲੋਕ ਹੈ ਉਹ ਘਰ ਦੇ ਵਿੱਚ ਆ, ਉਹਨਾਂ ਤੋਂ ਬਿਲਕੁਲ ਦੂਰ ਰਹਿਣਾ, ਆਪਣਾ ਵਾਸ਼ਰੂਮ ਵਗੈਰਾ ਸ਼ੇਅਰ ਨਹੀਂ ਕਰਨਾ ਔਰ ਆਪਣੇ ਕੱਪੜੇ ਪ੍ਰੈਫਰੇਬਲੀ ਖੁਦ ਹੀ ਧੋਣੇ ਹੈਗੇ ਆ, ਔਰ ਬਾਕੀ ਆਪਣੀ ਫੈਮਿਲੀ ਤੋਂ ਥੋੜ੍ਹੀ ਜਿਹੀ ਆਈਸੋਲੇਸ਼ਨ ਕਰਨੀ ਹੈ ਇਨ ਅ ਸੈਪਰੇਟ ਰੂਮ। ਡਾਕਟਰ ਗੁਰਪ੍ਰੀਤ ਜੀ, ਕਈ ਲੋਕਾਂ ਨੇ ਹੁਣ ਜਿਹੜੇ ਹੈ ਕਹਿ ਸਕਦੇ ਆ ਵੀ ਟੈਸਟਿੰਗ ਕਰਾਉਣੀ ਜਿਹੜੀ ਬੰਦ ਕਰਤੀ ਹੈ, ਜਿਵੇਂ ਹੋਮ ਆਈਸੋਲੇਸ਼ਨ ਦੀ ਜਿਹੜੀ ਆਪਸ਼ਨ ਹੈ ਸਰਕਾਰ ਨੇ ਵੀ ਦੇਤੀ, ਤਾਂ ਲੋਕਾਂ ਦੇ ਦਿਮਾਗ 'ਚ ਇੰਨੀ ਗੱਲ ਆ ਗਈ ਜੇ ਹੋਮ ਆਈਸੋਲੇਟ ਹੋਣਾ ਸਾਨੂੰ ਟੈਸਟਿੰਗ ਕਰਾਉਣ ਦੀ ਕੀ ਲੋੜ ਹੈ? ਨਹੀਂ, ਇਹ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ, ਕਿਉਂਕਿ ਅੱਜ ਕੱਲ੍ਹ ਸਾਡੇ ਵੀ ਮੈਡੀਕਲ 'ਚ ਅਸੀਂ ਆਪਸ 'ਚ ਵੀ ਡਿਸਕਸ ਕਰਦੇ ਹਾਂ, ਕਿਉਂਕਿ ਹੁਣ ਇਹ ਅੱਜ ਕੱਲ੍ਹ ਦੇ ਮੌਸਮ 'ਚ ਡੇਂਗੂ ਬਹੁਤ ਹੋ ਰਿਹਾ। ਅਤੇ ਮੇਰੇ ਆਪਣੇ ਸਟੈਨੋ ਜਿਹੜਾ ਸਾਡਾ ਹੈਗਾ ਕਾਰਡੀਓਲੋਜੀ ਦਾ ਸਟੈਨੋ ਹੈ, ਇਹਨੂੰ ਫੀਵਰ ਹੋਇਆ ਅਤੇ ਅਸੀਂ ਇਹਦਾ ਕੋਵਿਡ ਕਰਾਇਆ, ਕੋਵਿਡ ਨੈਗੇਟਿਵ ਆ ਗਿਆ, ਇਹਦਾ ਡੇਂਗੂ ਪੋਜ਼ੀਟਿਵ ਆਇਆ ਹੈਗਾ। ਸੋ ਜਿੰਨੀ ਦੇਰ ਤੱਕ ਤੁਸੀਂ ਟੈਸਟ ਨਹੀਂ ਕਰਾਓਗੇ ਤੁਹਾਨੂੰ ਪਤਾ ਨਹੀਂ ਲੱਗੇਗਾ, ਔਰ ਜੇ ਟੈਸਟ ਕਰਾਓਗੇ ਤਦ ਹੀ ਤੁਹਾਨੂੰ ਪਤਾ ਲੱਗੇਗਾ ਕਿੰਨੀ ਤੁਸੀਂ ਅੱਜ ਕੱਲ੍ਹ ਵਾਇਰਲ ਫੀਵਰ ਦੂਸਰੇ ਵੀ ਤਾਂ ਹੋ ਰਹੇ ਨੇ। ਸੋ ਟੈਸਟ ਜਿਸ ਤਰ੍ਹਾਂ ਤੁਸੀਂ ਖੁਦ ਐਮਫੇਸਾਈਜ਼ ਕਰ ਰਹੇ ਹੋ, ਇਹ ਬਿਲਕੁਲ ਇਹਦਾ ਕੋਈ ਪੇਨ ਨਹੀਂ ਹੁੰਦੀ ਟੈਸਟ ਦੀ, ਕੋਈ ਇਹਦੀ ਕੰਪਲੀਕੇਸ਼ਨ ਨਹੀਂ ਹੈ। ਹੁਣ ਤਾਂ ਗਵਰਨਮੈਂਟ ਨੇ ਫ੍ਰੀ ਵੀ ਕਰ ਰਹੀ ਹੈ ਗਵਰਨਮੈਂਟ ਤਾਂ। ਸੋ ਇਹ ਟੈਸਟ ਤਾਂ ਜ਼ਰੂਰ ਕਰਾਉਣਾ ਚਾਹੀਦਾ, ਕਿਉਂਕਿ ਤੁਹਾਨੂੰ ਓਨਾ ਪਤਾ ਲੱਗ ਜਾਏਗਾ। ਆਪਾਂ ਹਨੇਰੇ 'ਚ ਨਹੀਂ ਕਿਸੇ ਵੀ ਬਿਮਾਰੀ ਨੂੰ ਟਰੀਟ ਕਰ ਸਕਦੇ ਜਿੰਨੀ ਦੇਰ ਤੱਕ ਆਪਾਂ ਨੂੰ ਪਤਾ ਨਾ ਹੋਏ ਵਾਟ ਵੀ ਆਰ ਹੈਵਿੰਗ, ਉਹ ਕਿਸ ਤਰ੍ਹਾਂ ਆਪਾਂ ਟਰੀਟ ਕਰਾਂਗੇ। ਸੋ ਟੈਸਟ ਕਰਾਉਣਾ ਬਹੁਤ ਜ਼ਰੂਰੀ ਹੈ। ਜੇ ਕਿਸੇ ਨੂੰ ਫੀਵਰ ਹੈ ਤਾਂ ਉਹਦੇ ਲਈ ਬਹੁਤ ਜ਼ਰੂਰੀ ਹੈ, ਉਹਨੂੰ ਫਿਰ ਪਤਾ ਲੱਗੇਗਾ ਕਿ ਮੇਰਾ ਜਿਹੜਾ ਫੀਵਰ ਹੈ ਉਹ ਇਹਦੇ ਕਰਕੇ ਹੈ, ਡੈਂਗੀ ਕਰਕੇ ਹੈ, ਕੋਈ ਹੋਰ ਵਾਇਰਲ ਇਨਫੈਕਸ਼ਨ ਹੈ, ਕੀ ਹੈਗਾ ਇਹ। ਇੱਕ ਰੈਪਿਡ ਐਂਟੀਜਨ ਟੈਸਟਿੰਗ ਵੀ ਹੋ ਰਹੀ ਹੈ ਹੁਣ, ਜਿੱਥੇ ਆਮ ਨੋਰਮਲ ਟੈਸਟਿੰਗ ਹੁੰਦੀ ਹੈ ਨਾਲ ਇਹ ਵੀ ਟੈਸਟਿੰਗ ਹੋ ਰਹੀ ਹੈ ਰੈਪਿਡ ਐਂਟੀਜਨ ਟੈਸਟਿੰਗ। ਉਹ ਕਿੰਨੀ ਕੁ ਐਕੂਰੇਟ ਹੈ? ਕੀ ਵਿਅਕਤੀ ਉਹ ਟੈਸਟ ਕਰਾ ਲੇ, ਜੇ ਉਹਦੇ 'ਚ ਨੈਗੇਟਿਵ ਪੋਜ਼ੀਟਿਵ ਆ ਜਾਂਦਾ, ਕੀ ਉਹ ਐਕੂਰੇਸੀ ਹੈ ਵੀ ਉਹਨੂੰ ਸਹੀ ਸਮਝ ਸਕਦਾ? ਇਹ ਵੀ ਬਹੁਤ ਇੰਪੋਰਟੈਂਟ ਤੁਸੀਂ ਸਵਾਲ ਪੁੱਛਿਆ ਹੈਗਾ। ਜਿਹੜਾ ਰੈਪਿਡ ਐਂਟੀਜਨ ਟੈਸਟ ਹੈ, ਦੇਖੋ ਇਹ ਓਨਾ ਹੀ ਸਪੈਸੀਫਿਕ ਹੈ। ਸਪੈਸੀਫਿਸਿਟੀ ਹੁੰਦੀ ਹੈ ਵੀ ਜੇ ਕਿਸੇ ਦਾ ਪੋਜ਼ੀਟਿਵ ਆ ਗਿਆ ਅਤੇ ਇਹ ਤਾਂ ਨਹੀਂ ਕਿ ਉਹਨੂੰ ਬਿਮਾਰੀ ਨਹੀਂ ਫਿਰ ਵੀ ਪੋਜ਼ੀਟਿਵ ਆ ਜਾਏਗਾ, ਇੱਦਾਂ ਨਹੀਂ ਹੋ ਸਕਦਾ। ਇਹ ਟੈਸਟ ਕਦੀ ਵੀ ਫਾਲਸ ਪੋਜ਼ੀਟਿਵ ਨਹੀਂ ਆਉਂਦਾ। ਜੇ ਕਿਸੇ ਨੂੰ ਬਿਮਾਰੀ ਹੈ ਤਾਂ ਉਹ ਟੈਸਟ ਆ ਜਾਂਦਾ ਪੋਜ਼ੀਟਿਵ। ਜੇ ਕਿਸੇ ਨੂੰ ਬਿਮਾਰੀ ਹੈ ਪਰ ਉਹ ਕਈ ਵਾਰੀ ਨੈਗੇਟਿਵ, ਫਾਲਸ ਨੈਗੇਟਿਵ ਇਹਦੇ ਹੁੰਦੇ ਨੇ। ਕਈ ਵਾਰੀ ਕਈ ਪੇਸ਼ੈਂਟਸ ਕਹਿੰਦੇ ਨੇ ਜੀ ਸਾਡਾ ਵੈਸੇ ਹੀ ਕੋਵਿਡ ਪੋਜ਼ੀਟਿਵ ਕੱਢਤਾ, ਇੱਦਾਂ ਕੋਈ ਨਹੀਂ ਕੱਢ ਸਕਦਾ, ਕਿਉਂਕਿ ਪੋਜ਼ੀਟਿਵ ਫਾਲਸਲੀ ਨਹੀਂ ਹੋ ਸਕਦਾ, ਨੈਗੇਟਿਵ ਤਾਂ ਫਾਲਸਲੀ ਹੋ ਸਕਦਾ। ਜਿਹੜਾ ਆਪਾਂ RT-PCR ਕਰਦੇ ਹਾਂ ਉਹਦੀ 67% ਸੈਂਸਿਟਿਵਿਟੀ ਹੈ। ਸੋ ਜੇ ਕਿਸੇ ਨੂੰ ਡਿਜ਼ੀਜ਼ ਹੈ ਤਾਂ 70% ਚਾਂਸ ਹੈ ਕਿ ਉਹਦਾ ਟੈਸਟ ਪੋਜ਼ੀਟਿਵ ਆ ਜਾਏਗਾ, ਪਰ ਫਿਰ ਵੀ 30% ਕੇਸ ਅਸੀਂ ਮਿਸ ਕਰ ਜਾਂਦੇ ਹਾਂ। ਜਿਹੜਾ ਰੈਪਿਡ ਟੈਸਟ ਹੈ
ਉਹਦੀ ਜਿਹੜੀ ਸੈਂਸਿਟਿਵਿਟੀ ਆ ਉਹ 50% ਹੈ। ਸੋ ਉਹ ਥੋੜ੍ਹਾ ਘੱਟ ਸੈਂਸਿਟਿਵ ਹੈ RT-PCR ਤੋਂ, ਪਰ ਉਹ ਵੀ ਡਿਜ਼ੀਜ਼ ਪਿਕਅਪ ਕਰਦਾ ਔਰ ਆਪਾਂ ਨੂੰ ਦੱਸਦਾ। ਸੋ ਉਹ ਵੀ ਯੂਜ਼ਫੁਲ ਟੈਸਟ ਹੈ। ਇੱਕ ਕਾਫੀ ਵੀਡੀਓਜ਼ ਹੁਣ ਆਉਣ ਲੱਗ ਗਈਆਂ, ਕਾਫਾ ਕੁਛ ਗੱਲਾਂ ਆਉਣ ਲੱਗ ਗਈਆਂ ਵੀ ਕਰੋਨਾ ਨੂੰ ਹੁਣ ਲੋਕੀ ਮਜ਼ਾਕ ਦੀ ਤਰ੍ਹਾਂ ਲੈਣ ਲੱਗ ਗਏ। ਕਰੋਨਾ ਹੈ ਹੀ ਨਹੀਂ, ਇਹੋ ਜਿਹੀਆਂ ਖਬਰਾਂ ਆਉਣ ਲੱਗ ਗਈਆਂ। ਇੱਥੇ ਤੱਕ ਕਿਹਾ ਜਾ ਰਿਹਾ ਤੁਸੀਂ ਹੌਸਪੀਟਲਸ 'ਚ ਨਾ ਜਾਓ, ਤੁਹਾਡਾ ਜਿਹੜੇ ਵੱਡੇ ਵੱਡੇ ਖਰਚੇ ਆ ਜਾਣਗੇ ਤੁਹਾਡੇ। ਇੱਥੇ ਤੱਕ ਇੱਕ ਵੀਡੀਓ ਆਈ ਸੀ, ਭਾਵੇਂ ਉਹ ਬਾਅਦ 'ਚੋਂ ਫੇਕ ਵੀ ਨਿਕਲੀ, ਵੀ ਤੁਹਾਡੇ ਅੰਗ ਤੱਕ ਕੱਢ ਲਏ ਜਾਂਦੇ ਆ। ਇਹੋ ਜਿਹੀ ਚੀਜ਼ਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂ, ਇਹ ਬੜਾ ਅੱਛਾ ਤੁਸੀਂ ਸਵਾਲ ਕੀਤਾ, ਕਿਉਂਕਿ ਤੁਸੀਂ ਖੁਦ ਹੀ ਇਹ ਮੀਡੀਆ ਦੇ ਰਸਤੇ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਇਹ ਕੋਈ ਮਜ਼ਾਕ ਨਹੀਂ ਹੈ। ਜਿਹੜਾ ਕੋਵਿਡ ਪੈਂਡੈਮਿਕ ਹੈ, ਇਹ ਸਪੈਨਿਸ਼ ਫਲੂ ਹੋਇਆ ਸੀਗਾ, ਇਹ ਆਪਣਾ 100 ਈਅਰਸ ਬੈਕ 1912 ਦੇ ਵਿੱਚ, ਅਤੇ ਹੁਣ ਪੂਰੇ 100 ਸਾਲ ਬਾਅਦ ਇਹ ਵਰਲਡ, ਉਦੋਂ 6 ਕਰੋੜ ਲੋਕਾਂ ਦੀ ਮੌਤ ਹੋਈ ਸੀਗੀ ਇਹਦੇ ਨਾਲ, ਔਰ ਉਹਦੇ 'ਚੋਂ ਅਬਾਊਟ 1.5 ਕਰੋੜ ਇੰਡੀਅਨ ਸੀਗੇ ਜਿਹੜੇ ਕਿ ਉਸ ਟਾਈਮ 'ਤੇ ਫਸਟ ਵਰਲਡ ਵਾਰ ਦੇ ਐਂਡ ਦੇ ਹੋਇਆ ਇਹ। ਅਤੇ ਇਹ ਪੈਂਡੈਮਿਕ ਤੁਹਾਨੂੰ ਪਤਾ ਹੀ ਹੈ ਕਿੰਨੀਆਂ ਲਾਈਫਸ ਲੈ ਚੁੱਕਿਆ ਆਲਰੇਡੀ, ਔਰ ਇਹ ਡਿਨਾਇਲ ਹੈ। ਮਤਲਬ ਕੋਈ ਬੰਦਾ ਡਿਨਾਈ, ਜਿਸ ਤਰ੍ਹਾਂ ਹੁੰਦਾ ਨਾ, ਇਹ ਫੈਕਚੁਅਲ ਚੀਜ਼ ਆ, ਉਹਨੂੰ ਬੰਦਾ ਡਿਨਾਇਲ 'ਚ ਹੈ। ਜਿਹੜੇ ਲੋਕ ਇਹ ਕਹਿੰਦੇ ਆ ਉਹ ਡਿਨਾਇਲ 'ਚ ਹੈ, ਉਹਨਾਂ ਨੂੰ ਆਪਣਾ ਵੀ, ਤੁਹਾਡਾ ਮੇਰਾ, ਆਪਣੀ ਸਾਰਿਆਂ ਦੀ ਡਿਊਟੀ ਬਣਦੀ ਹੈ ਕਿ ਆਪਾਂ ਉਹਨਾਂ ਨੂੰ ਇਹ ਸਮਝਾਈਏ ਕਿ ਬਿਮਾਰੀ ਸਾਰੀ ਵਰਲਡ ਨੂੰ ਇਹਨੇ ਚੇਂਜ ਕਰਤਾ। ਇੰਨੀਆਂ ਪਾਵਰਫੁਲ ਕੰਟਰੀਜ਼ ਨੇ ਆਪਣੀਆਂ ਏਅਰਲਾਈਨਸ ਬੰਦ ਕੀਤੀਆਂ, ਲੋਕਡਾਊਨਸ ਕੀਤੇ। ਵਰਲਡ ਦੀ ਕੋਈ ਵੀ ਕੰਟਰੀ ਨਹੀਂ ਹੈ ਜਿਹਨੇ ਲੋਕਡਾਊਨ ਨਹੀਂ ਕੀਤਾ, ਔਰ ਜਿਹਨੇ ਵੀ ਥੋੜ੍ਹਾ ਜਿਹਾ ਆਪਣਾ ਰਿਲੈਕਸੇਸ਼ਨ ਕੀਤੀ, ਉਦੋਂ ਹੀ ਇਹ ਡਿਜ਼ੀਜ਼ ਨੇ ਆਪਣੀ ਅਪਸਰਜੈਂਸ ਕੀਤੀ, ਡਿਜ਼ੀਜ਼ ਵਧੀ। ਸੋ ਜਿੰਨੀ ਦੇਰ ਤੱਕ, ਔਰ ਇਹਦੇ 'ਚ ਕੋਈ ਸਰਕਾਰ ਕੁਛ ਨਹੀਂ ਕਰ ਸਕਦੀ। ਮੀਡੀਆ ਦਾ ਬਹੁਤ ਵੱਡਾ ਰੋਲ ਹੈ। ਮੀਡੀਆ ਨੇ ਹੀ ਔਰ ਤੁਹਾਡੇ ਥਰੂ ਹੀ ਲੋਕਾਂ ਨੂੰ ਇਹ ਪਤਾ ਲੱਗਣਾ ਕਿ ਇਹ ਡਿਜ਼ੀਜ਼ ਹੈ, ਇਹ ਡਿਜ਼ੀਜ਼ ਡੇਂਜਰਸ ਹੈ। ਇੰਨੀ ਵੀ ਡੇਂਜਰਸ ਨਹੀਂ ਹੈ। ਇਹ ਤੋਂ ਬਚਣ ਲਈ ਸਿਰਫ 3-4 ਚੀਜ਼ਾਂ: ਮਾਸਕ ਕਦੀ ਨਾ ਉਤਾਰੋ, ਸੋਸ਼ਲ ਡਿਸਟੈਂਸਿੰਗ ਰੱਖੋ, 2 ਮੀਟਰ ਦਾ ਡਿਸਟੈਂਸ ਰੱਖੋ, ਹੈਂਡ ਵਾਸ਼ਿੰਗ ਹੈ, ਬਾਰ-ਬਾਰ ਆਪਣੇ ਹੱਥ ਧੋਵੋ, ਮੂੰਹ ਔਰ ਨੱਕ ਦੇ ਉੱਤੇ ਆਪਣਾ ਹੱਥ ਨਾ ਲਗਾਓ, ਔਰ ਆਪਣੇ ਸਰਫੇਸਿਸ ਜਿਹੜੇ ਹੈ ਉਹਨਾਂ ਨੂੰ ਕਲੀਨ ਰੱਖੋ। ਕੁਛ ਵੀ ਨਹੀਂ ਇਹਦੇ ਵਿੱਚ, ਇਹ 3-4 ਲਾਈਫ ਸਟਾਈਲ ਮੈਜਰਸ ਨੇ। ਜੇ ਆਪਾਂ ਇਹਨਾਂ ਨੂੰ, ਔਰ ਇਹਦੇ ਨਾਲ ਬਾਕੀ ਇਨਫੈਕਸ਼ਨਸ ਵੀ ਘੱਟ ਹੋਣਗੀਆਂ। ਫਲੂ ਦੀ, ਹੁਣ ਫਲੂ ਸੀਜ਼ਨ ਆ ਜਾਣਾ, ਫਲੂ ਵੀ ਘੱਟ ਹੋਏਗਾ। ਸੋ ਇਹ ਜੇ 3-4 ਚੀਜ਼ਾਂ ਲਾਈਫ ਸਟਾਈਲ ਦੇ ਵਿੱਚ ਆਪਾਂ ਇੰਬਾਈਬ ਕਰੀਏ, ਕਰਾਊਡਡ ਪਲੇਸਿਸ 'ਚ ਨਾ ਜਾਈਏ, ਪਾਰਟੀਜ਼ ਵਗੈਰਾ ਨਾ ਕਰੀਏ, ਤਾਂ ਇਹ ਬਿਮਾਰੀ ਥੰਮ ਸਕਦੀ ਹੈ। ਇੱਕ ਤਾਂ ਕਰੋਨਾ ਦੀ ਮਹਾਮਾਰੀ ਵੈਸੇ ਚੱਲ ਰਹੀ ਆ, ਉੱਤੋਂ ਇਸ ਟਾਈਮ ਡੇਂਗੂ, ਟਾਈਫਾਈਡ ਵਰਗੇ ਡਿਸੀਜ਼ ਵੀ ਨਾਲੋਂ ਨਾਲ ਆ ਗਏ ਹੈ। ਸੋ ਇਹ ਕਿੰਨੇ ਕੁ ਘਾਤਕ ਹੋ ਸਕਦੇ ਨੇ? ਇਹ ਤੁਹਾਡੀ ਬਿਲਕੁਲ ਇਹ ਗੱਲ ਠੀਕ ਹੈ। ਇਹ ਜਿਹੜਾ ਵੈਦਰ ਹੈ, ਇਹਦੇ 'ਚ ਟਰੋਪੀਕਲ ਡਿਜ਼ੀਜ਼ਸ ਅਸੀਂ ਇਹਨਾਂ ਨੂੰ ਕਹਿੰਦੇ ਹਾਂ, ਜਿਹਦੇ 'ਚ ਕਿ ਸਕਰਬ ਟਾਈਫਸ ਹੈ, ਟਾਈਫਾਇਡ ਹੈ, ਡੈਂਗੀ ਹੈ, ਵਾਇਰਲ ਇਨਫੈਕਸ਼ਨਸ ਹੈ, ਫਲੂ ਹੈ, ਸਾਰੀਆਂ ਆ ਜਾਂਦੀਆਂ। ਸੋ ਹੁਣ ਓਵਰਲੈਪ ਹੋ ਰਿਹਾ ਕਾਫੀ। ਔਰ ਪਹਿਲਾਂ ਸ਼ੁਰੂ ਜਦੋਂ ਗਰਮੀਆਂ 'ਚ ਸੀਗਾ, ਉਦੋਂ ਸਾਨੂੰ ਪਤਾ ਹੁੰਦਾ ਸੀ ਵੀ ਇਹ ਫੀਵਰ ਹੈ, ਇਹ ਕੋਵਿਡ ਕਰਕੇ ਹੀ ਹੈ। ਹੁਣ ਫੀਵਰ ਕੁਡ ਈਦਰ ਵੀ ਡਿਊ ਟੂ ਕੋਵਿਡ ਔਰ ਇਟ ਕੁਡ ਬੀ ਵਨ ਆਫ ਦ ਟਰੋਪੀਕਲ ਡਿਜ਼ੀਜ਼ਸ ਜਿਹੜੀਆਂ ਤੁਸੀਂ ਖੁਦ ਮਤਲਬ ਇੰਡੀਕੇਟ ਕਰ ਰਹੇ ਹੋ। ਸੋ ਇਹ ਸੀਜ਼ਨ ਵੀ ਅਨਹੈਲਦੀ ਸੀਜ਼ਨ ਆਪਾਂ ਗਿਣਦੇ ਹਾਂ। ਇਸ ਸੀਜ਼ਨ ਦੇ ਵਿੱਚ ਜਿਹੜਾ ਫਾਲ ਦਾ ਸੀਜ਼ਨ, ਵਾਇਰਲ ਇਨਫੈਕਸ਼ਨਸ ਹੁੰਦੀਆਂ ਹੀ ਐਕਸਟ੍ਰੀਮ ਵਿੰਟਰ ਔਰ ਐਕਸਟ੍ਰੀਮ ਸਮਰ ਦੇ ਵਿੱਚ ਵਾਇਰਲ ਇਨਫੈਕਸ਼ਨਸ ਖਤਮ ਹੋ ਜਾਂਦੀਆਂ, ਜਿਹੜੀਆਂ ਰੈਸਪੀਰੇਟਰੀ ਹੁੰਦੀਆਂ। ਇਹ ਚੇਂਜਿੰਗ ਸੀਜ਼ਨ ਦੇ ਵਿੱਚ ਹੀ ਹੁੰਦੀਆਂ। ਇਹੀ ਇੱਕ ਟਾਈਮ ਹੈ ਜਦੋਂ ਇਹ ਸਭ ਤੋਂ ਜ਼ਿਆਦਾ ਹੁੰਦੀਆਂ, ਔਰ ਆਪਾਂ ਨੂੰ ਹੁਣ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਧਿਆਨ ਵੀ ਰੱਖਣ ਦੀ ਜ਼ਰੂਰਤ ਅੱਜ ਕੱਲ੍ਹ ਹੀ ਹੈਗੀ ਹੈ। ਡਾਕਟਰ ਗੁਰਪ੍ਰੀਤ ਜੀ, ਗੱਲ ਇਹ ਹੈ ਵੀ ਹੁਣ ਲੋਕੀ, ਕਿਉਂਕਿ ਅਦਾਰੇ ਤਾਂ ਹੁਣ ਖੁੱਲ੍ਹ ਗਏ, ਕੰਮਕਾਰ ਖੁੱਲ੍ਹ ਗਏ, ਲੋਕੀ ਘਰਾਂ 'ਚ ਵੀ ਨਹੀਂ ਬਹਿ ਸਕਦੇ, ਅਤੇ ਜ਼ਰੂਰ ਮਾਸਕ ਪਾ ਕੇ ਰੱਖਣ। ਪਰ ਇਮਿਊਨਿਟੀ ਕਿੱਦਾਂ ਸਟਰੋਂਗ ਕਰ ਸਕਦੇ ਵੀ ਇਹੋ ਜਿਹੇ ਜਿਹੜੇ ਬਿਮਾਰੀਆਂ ਤੋਂ, ਕੋਵਿਡ ਵਰਗੀਆਂ ਬਿਮਾਰੀਆਂ ਤੋਂ ਜਾਂ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਬਚ ਸਕਣ? ਦੇਖੋ, ਇਮਿਊਨਿਟੀ ਬਾਡੀ ਤੁਹਾਡੀ ਸਟਰੈਂਥ 'ਤੇ ਹੈ, ਉਹ ਫਿਜ਼ੀਕਲ ਔਰ ਮੈਂਟਲ ਚੀਜ਼ਾਂ 'ਤੇ ਡਿਪੈਂਡੈਂਟ ਹੈ। ਜੇ ਕਿਸੇ ਦੀ ਸਲੀਪ ਅੱਛੀ ਹੈ, ਅੱਛਾ 6-7-8 ਘੰਟੇ ਕੋਈ ਸੌਂਦਾ ਹੈ, ਐਡਿਕਸ਼ਨ ਕੋਈ ਨਹੀਂ ਹੈ, ਜੇ ਕੋਈ ਵੀ ਨਸ਼ੇ ਨਹੀਂ ਕਰਦੇ, ਸ਼ਰਾਬ ਨਹੀਂ ਕਰਦਾ, ਕੋਈ ਵੀ ਹੋਰ ਨਸ਼ਾ ਨਹੀਂ ਕਰਦਾ ਹੈ, ਡਾਇਟ ਹੈ ਜਿਹਦੇ 'ਚ ਕਿ ਫਰੂਟਸ, ਵੈਜੀਟੇਬਲਸ ਰਿਚ ਹੈਗੀਆਂ, ਆਰਟੀਫਿਸ਼ੀਅਲ ਚੀਜ਼ਾਂ ਨਾਲੋਂ ਨੈਚੁਰਲ ਫਰੂਟਸ ਲਓ, ਵੈਜੀਟੇਬਲਸ ਲਓ, ਅੱਛੀ ਹੈਲਦੀ ਡਾਇਟ ਲਓ, ਉਹਨਾਂ ਚੀਜ਼ਾਂ ਨਾਲ, ਫਿਜ਼ੀਕਲ ਐਕਸਰਸਾਈਜ਼ ਹੈ, ਯੋਗਾ, ਮੈਡੀਟੇਸ਼ਨ ਹੈ। ਜਿੰਨੀ ਦੇਰ ਤੱਕ ਮੈਂਟਲ ਰਿਲੈਕਸੇਸ਼ਨ, ਬਰੀਦਿੰਗ, ਪ੍ਰਾਣਾਯਾਮ ਹੈ ਆਪਣਾ ਇੰਡੀਅਨ, ਉਹਦੇ ਨਾਲ ਬਰੀਦਿੰਗ ਤੁਹਾਡੀ ਕਪੈਸਿਟੀ ਵੱਧਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹਦੇ ਨਾਲ ਕਿ ਤੁਹਾਡੀ ਇਮਿਊਨਿਟੀ ਵੱਧ ਸਕਦੀ ਹੈ। ਔਰ ਜਿਹੜੀ ਵਾਇਰਲ ਇਨਫੈਕਸ਼ਨਸ ਨੇ, ਇਹ ਐਲਡਰਲੀ ਲੋਕਾਂ ਨੂੰ ਜ਼ਿਆਦਾ ਹਿੱਟ ਕਰਦੀਆਂ। ਸੋ ਜਿਹੜੇ ਐਲਡਰਲੀ ਹੈ, ਉਹਨਾਂ ਦਾ ਖਾਸ ਤੌਰ 'ਤੇ ਧਿਆਨ ਰੱਖਣਾ ਪਏਗਾ। ਜਿਹੜਾ ਵੀ 60+ ਹੈ, ਉਹਨਾਂ ਨੂੰ ਇਹ ਪ੍ਰੀਕਾਸ਼ਨਸ ਸਭ ਨੂੰ ਜ਼ਰੂਰੀ ਹੈ, ਪਰ ਉਹਨਾਂ ਨੂੰ ਹੋਰ ਵੀ ਜ਼ਿਆਦਾ ਜ਼ਰੂਰੀ ਹੈ। ਹੁਣ ਆਪਾਂ ਫਿਰ ਪਲਸ ਆਕਸੀਮੀਟਰ 'ਤੇ ਹੀ ਆਉਂਦੇ ਹਾਂ।
ਪਲਸ ਆਕਸੀਮੀਟਰ ਕਿਸ ਦੀ ਜੇ 90 ਤੋਂ ਥੱਲੇ ਆ ਜਾਂਦੀ ਹੈ ਜਿਹੜੀ ਰੀਡਿੰਗ ਆ 88 85 ਇੱਦਾਂ ਆ ਜਾਂਦੀ ਹੈ ਤਾਂ ਉਹਦਾ ਫਰਦਰ ਸਟੈਪ ਕੀ ਹੈ, ਉਹ ਅੱਗੋਂ ਕੀ ਕਰੇ? ਉਹਨੂੰ ਫਿਰ ਹਸਪੀਟਲ ਜਾ ਕੇ ਨਾ ਆਕਸੀਜਨ ਦੀ ਲੋੜ ਹੈ। ਅਸੀਂ ਆਕਸੀਜਨ ਨੇਜ਼ ਦੇ ਥਰੂ, ਅੱਜ ਕੱਲ੍ਹ ਨੇਜ਼ਲ ਕੈਨੂਲਾਜ਼ ਹੈਗੇ ਨੇ, ਉਹਨਾਂ ਦੇ ਥਰੂ ਹਸਪੀਟਲ ਸਾਰੇ ਜਿੰਨੇ ਵੀ ਪ੍ਰਾਈਵੇਟ ਹਸਪੀਟਲ ਹੈ ਸਰਕਾਰੀ ਉਹਨਾਂ 'ਚ ਅਵੇਲੇਬਲ ਹੈਗੇ ਆ। ਸੋ ਤੁਸੀਂ ਆਪਣੇ ਨਜ਼ਦੀਕ ਦੇ ਹਸਪੀਟਲ 'ਚ ਜਾਓ, ਉੱਥੇ ਤੁਹਾਨੂੰ ਆਕਸੀਜਨ ਲਗਾਈ ਜਾਏਗੀ। ਔਰ ਇਹ ਕਿਉਂਕਿ ਵਾਇਰਲ ਡਿਜ਼ੀਜ਼ ਹੈ, ਟ੍ਰਾਂਜ਼ੀਐਂਟ ਡਿਜ਼ੀਜ਼ ਹੈ, ਇਹਨੇ ਥੋੜੇ ਪੀਰੀਅਡ ਤੋਂ ਵਾਸਤੇ ਆਕਸੀਜਨ ਲੱਗੇਗੀ ਔਰ ਇਹ ਫਿਰ ਇਹ ਬਿਮਾਰੀ ਤੋਂ ਬਚਾਅ ਹੋ ਜਾਏ, ਮਤਲਬ ਇਹਦਾ ਜਿਹੜਾ ਨੁਕਸਾਨ ਹੈ ਉਸ ਤੋਂ ਬਚਾਅ ਹੋ ਜਾਏਗਾ। ਸੋ ਜਿੱਦਾਂ ਤੁਸੀਂ ਬਹੁਤ ਅੱਛੀ ਤਰ੍ਹਾਂ ਖੁਦ ਹੀ ਕਿਹਾ, ਜੇ ਕਿਸੇ ਦੀ ਸੈਚੂਰੇਸ਼ਨ 88% ਹੈ, 90% ਹੈ, ਤਾਂ ਉਹਨੂੰ ਹਸਪੀਟਲ ਜਾਣ ਦੀ ਲੋੜ ਹੈ। ਜੇ ਕਿਸੇ ਦੀ ਸੈਚੂਰੇਸ਼ਨ 92% ਤੋਂ ਜ਼ਿਆਦਾ ਹੈ ਤਾਂ ਆਪਣਾ ਘਰ ਵਿੱਚ ਹੀ ਟ੍ਰੀਟਮੈਂਟ ਕਰਾ। ਇਹ ਸਨ ਸਾਡੇ ਨਾਲ ਗੁਰਪ੍ਰੀਤ ਸਿੰਘ ਵਾਂਡਰ, ਇਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਇਹਨਾਂ ਨੇ ਪਲਸ ਆਕਸੀਮੀਟਰ ਬਾਰੇ ਜਿਹੜੀਆਂ ਅਫਵਾਹਾਂ ਵੀ ਫੈਲ ਰਹੀਆਂ ਸੀ, ਜਿਹੜੀਆਂ ਨਿਊਜ਼ਸ ਵੀ ਫੈਲ ਰਹੀਆਂ ਸੀ, ਜਿਹੜੀਆਂ ਗੱਲਾਂ ਵੀ ਫੈਲ ਰਹੀਆਂ ਸੀ, ਉਹਦੇ ਤੇ ਪੂਰਾ ਜਿਹੜਾ ਹੈ ਸਪਸ਼ਟੀਕਰਨ ਦਿੱਤਾ। ਨਾਲ ਇਹਨਾਂ ਨੇ ਇਹ ਵੀ ਕਿਹਾ ਵੀ ਕਰੋਨਾ ਕੋਈ ਮਜ਼ਾਕ ਨਹੀਂ ਹੈ, ਇਹ ਇੱਕ ਬਹੁਤ ਹੀ ਵੱਡੀ ਬਿਮਾਰੀ ਹੈ ਤੇ ਨਾਲੋਂ ਨਾਲ ਹੁਣ ਡੇਂਗੂ ਵਰਗੀਆਂ ਬਿਮਾਰੀਆਂ ਵੀ ਨਾਲ ਆ ਰਹੀਆਂ। ਸੋ ਆਪਣੀ ਜਿੰਨੀ ਹੋ ਸਕਦੀ ਹੈ ਟੈਸਟਿੰਗ ਕਰਾਓ, ਕਿਉਂਕਿ ਪਤਾ ਨਹੀਂ ਲੱਗਦਾ ਵੀ ਜਿਹੜਾ ਫੀਵਰ ਹੈ ਉਹ ਡੇਂਗੂ ਕਰਕੇ ਹੈ, ਟਾਈਫਾਈਡ ਕਰਕੇ ਹੈ ਜਾਂ ਡੇਂਗੂ ਕਰਕੇ ਹੈ। ਸੋ ਇਹ ਸੀਗੀ ਅੱਜ ਦੀ ਖਬਰ। ਵਧੇਰੀ ਖਬਰਾਂ ਲਈ ਜੁੜੇ ਰਹੋ ਲੁਧਿਆਣਾ ਟਾਈਮਸ ਦੇ ਨਾਲ। ਕੈਮਰਾਮੈਨ ਸਤਵੰਤ ਪਥਾਰੂ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।